ਹਿਮਾਚਲ ਦੀ ਰੇਖਾ ਦੇਵੀ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਵਾਪਰਿਆ ਇੱਕ ਅਜੀਬੋ-ਗਰੀਬ ਕ੍ਰਿਸ਼ਮਾ। बाबा जी मिले गुरु गोबिंद सिंह जी। वैसे मेरा नाम रेखा देवी है जी। मेरे फादर साहब पींदे है, बीड़ी पींदे है और उल्टी सीधी चीज़ां भी खांदे है, पर भी मेरा शुरू ते भी उन्होंने देखदी सी भी ऐदा दे अगे मैनू कोई मिलूंगा तो शायद वो भी ऐदा दा ही होऊंगा, पर मेरे शुरू ते ही सीगा कि भी मैं सरदार मुंडे नाल ही विआह कराना है। ਹਿੰਦੂ ਪਤਨੀ ਤੇ ਸਿੱਖ ਪਤੀ ਦੇ ਇਸ ਜੋੜੇ ਨੂੰ ਮਿਲ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ। ਤੋ ਤੁਹਾਨੂੰ ਕੀ ਵੀਰ ਜੀ ਦੀ ਚੰਗੀ ਚੀਜ਼ ਲੱਗੀ? बाबा जी के बहुत बड़े फैन है, बहुत बड़े फैन ਬਾਬਾ है। ਜਰਨੈਲ ਸਿੰਘ ਜੀ ਪਿੰਡ ਜੀ ਬੜੇ जिद्दां मैं हरमंदर साहब ਦੇ ਉੱਪਰ ਦੇਖਿਆ ਕਾਫੀ ਟਾਈਮ ਤੋਂ ਅਸੀਂ ਕਿਸੇ ਨੂੰ ਦੱਸੀ ਨਹੀਂ ਹੂੰ। ਅੱਛਾ ਜੀ। ਕੀ ਖਾਂਦੇ ਕੀ ਹੋ ਤੁਸੀਂ? बताओ। ਕਿਹੜੀ ਚੱਕੀ ਦਾ ਆਟਾ ਖਾਂਦੀਆਂ? 4 ਕਿਲੋ ਦੁੱਧ ਪੀਣ ਦਾ ਰਿਕਾਰਡ ਹੈ ਜੀ ਦਾ। 4 ਕਿਲੋ ਦੁੱਧ? ਤੇ ਜਦੋਂ ਭੈਣ ਜੀ ਤੁਹਾਡੇ ਰਿਸ਼ਤੇਦਾਰ ਆਉਂਦੇ ਆ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਜਾਂਦੇ ਹੋ? ਇਹਨਾਂ ਨੂੰ ਸਾਰੇ ਬਹੁਤ ਪਸੰਦ ਕਰਦੇ ਆ। ਇਹ ਵੀ ਛਕਣ ਵਾਸਤੇ ਤਿਆਰ ਹੈ ਜੀ। ਅੱਛਾ, ਅੰਮ੍ਰਿਤ ਛਕਣਾ ਬੇਟਾ? ਯੂਕੇ ਜੀ। ਬੱਚੀਆਂ ਤਾਂ ਸਾਰੀਆਂ ਡਰਦੀਆਂ ਹੋਣੀਆਂ ਤੇਰੇ ਤੋਂ। ਗੋਲੂ ਮੋਲੂ। ਇਸ ਇੰਟਰਵਿਊ ਵਿੱਚ ਬਹੁਤ ਕੁਝ ਖਾਸ ਹੈ ਦੋਸਤੋ, ਇਸ ਲਈ ਪੂਰੀ ਵੀਡੀਓ ਜ਼ਰੂਰ ਵੇਖਿਓ। वाहिगुरु जी का खालसा वाहिगुरु जी की फतेह। ਫਤਿਹ। ਸੋ ਇਸ ਵਕਤ ਅਸੀਂ ਬੰਦੀ ਸਿੰਘ ਮੋਰਚੇ ਯਾਨੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ। ਅੱਜ ਅਗਵਾਈ ਕੀਤੀ ਸੀ ਕਿ ਜਥੇ ਦੀ ਬੱਚੀਆਂ ਨੇ, ਮਾਵਾਂ ਨੇ, ਭੈਣਾਂ ਨੇ, ਤਾਂ ਇੱਕ ਬਹੁਤ ਪਿਆਰੀ ਬੱਚੀ ਨਿੱਕੀ ਜੀ ਦਮਾਲਾ ਸਜਾ ਕੇ ਆਈ ਹੋਈ ਸੀਗੀ, ਸਿਮਰਨ ਕੌਰ। ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜਿਆ ਹੋਇਆ ਸੀਗਾ ਤੇ ਜੈਕਾਰੇ ਛੱਡ ਰਹੀ ਸੀਗੀ। ਪੁਲਿਸ ਵਾਲਿਆਂ ਦੇ ਮੂਹਰੇ ਵੀ ਗਈ ਹੈ। ਇਹਨਾਂ ਦੇ ਮੰਮੀ ਪਾਪਾ ਇੱਥੇ ਮੇਰੇ ਨਾਲ ਮੌਜੂਦ ਹੈ ਤੇ ਅਸੀਂ ਗੱਲਬਾਤ ਕਰ ਰਹੇ ਸੀਗੇ। ਥੋੜੀ ਜੀ ਗੱਲ ਅਸੀਂ ਲਾਈਵ ਦੇ ਵਿੱਚ ਕੀਤੀ ਸੀਗੀ ਤੇ ਭਾਈ ਸਾਹਿਬ ਦੱਸਦੇ ਸੀਗੇ ਵੀ ਸਿਮਰਨ ਕੌਰ ਦੇ ਜਿਹੜੇ ਮਾਤਾ ਜੀ ਨੇ ਮੇਰੇ ਨਾਲ ਇੱਥੇ ਖੜੇ ਨੇ, ਉਹ ਹਿੰਦੂ ਪਰਿਵਾਰ ਤੋਂ ਨੇ ਤੇ ਬਾਈ ਜੀ ਸਿੱਖ ਪਰਿਵਾਰ ਤੋਂ ਨੇ। ਤੇ ਹੁਣ ਅੱਗੇ ਅਸੀਂ ਗੱਲਬਾਤ ਕਰਦੇ ਹਾਂ, ਤੁਸੀਂ ਸਾਰੀ ਇਸ ਲਾਈਵ ਦੇ ਵਿੱਚ ਇਸ ਗੱਲਬਾਤ ਦੇ ਰਾਹੀਂ ਸੁਣੀ ਲੈਣੀ ਆ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਥੋੜਾ ਜਿਹਾ ਅੰਦਾਜ਼ਾ ਤਾਂ ਲਾ ਲਿਆ ਸੀਗਾ, ਤੁਸੀਂ ਤੁਹਾਡਾ ਨਾ ਮਤਲਬ ਕਿ ਚਿਹਰਾ ਮੋਹਰਾ ਮੇਕਅਪ ਤੋਂ ਥੋੜਾ ਜਿਹਾ ਵੀ ਲੱਗਦਾ ਸੀਗਾ ਵੀ ਤੁਸੀਂ ਹਿੰਦੂ ਪਰਿਵਾਰ ਤੋਂ, ਉੱਥੇ ਮੈਨੂੰ ਲੱਗੇ ਸੀਗਾ। ਬਟ ਜਦੋਂ ਆਪਾਂ ਗੱਲ ਕਰਕੇ ਦੇਖੀ ਫਿਰ ਮੈਨੂੰ ਹੈਰਾਨਗੀ ਵੀ ਹੋਈ। ਫਿਰ ਤੇ ਸਿੰਘ ਸਾਹਿਬ ਤੁਸੀਂ, ਤੁਹਾਡਾ ਨਾਂ ਕੀ ਹੈ, ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿੱਦਾਂ ਸਾਰਾ ਇਹ ਸੰਯੋਗ ਜੁੜਿਆ ਤੇ ਇੰਨੀ ਪਿਆਰੀ ਬੱਚੀ ਅਸੀਂ ਅੱਜ ਵੇਖ ਰਹੇ ਹਾਂ, ਦਰਸ਼ਨ ਕਰ ਰਹੇ ਹਾਂ ਇਹਨਾਂ ਦੇ, ਜਿਹੜੀ ਹੋਰਾਂ ਨੂੰ ਵੀ ਇੰਸਪਾਇਰ ਕਰ ਰਹੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ, ਮੈਂ ਪਿੰਡ ਹੰਬੇਵਾਲ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਕੋਲ ਰਹਿੰਦਾ ਜੀ। ਅੱਛਾ ਜੀ। ਹਾਂ ਬਸ ਇੱਦਾਂ ਹੀ ਸੰਯੋਗ ਮਿਲ ਗਿਆ ਇਹਨਾਂ ਨਾਲ ਜੀ, ਆਤਮਾ ਦੀ ਕਿਰਪਾ ਨਾਲ ਜੀ। ਤੁਸੀਂ ਤੁਹਾਡਾ ਪਿਛੋਕੜ ਕਿੱਥੋਂ ਦਾ ਜੀ? ਪਿਛੋਕੜ ਮੇਰਾ ਪਿੰਡ ਹੰਬੇਵਾਲ ਜੀ, ਨੰਗਲ ਸ਼ਹਿਰ। ਨੰਗਲ ਸ਼ਹਿਰ। ਅੱਛਾ ਜੀ। ਹਾਂਜੀ। ਤੇ ਭੈਣ ਜੀ ਫਿਰ ਤੁਹਾਡਾ ਕਿੱਥੇ ਬੈਕਗ੍ਰਾਉਂਡ ਕਿੱਥੇ ਜੀ ਤੁਹਾਡੀ? ਅਸੀਂ ਹਿਮਾਚਲ ਤੋਂ ਹੈ ਜੀ। ਅੱਛਾ, ਹਿਮਾਚਲ ਤੋਂ। ਹਿਮਾਚਲ ਤੋਂ। ਕੀ ਬਾਤ ਹੈ ਜੀ, ਠੰਡੀਆਂ ਵਾਦੀਆਂ ਤੋਂ ਹੈ। ਹਾਂਜੀ। ਕਿਹੜੇ ਇਲਾਕੇ ਤੋਂ? ਹਿਮਾਚਲ। ਹਮੀਰਪੁਰ ਤੋਂ। ਹਮੀਰਪੁਰ ਤੋਂ। ਹਾਂਜੀ ਹਮੀਰਪੁਰ। ਕੀ ਬਾਤ ਹੈ ਜੀ। ਤੇ ਤੁਹਾਡਾ ਫਿਰ ਸੰਯੋਗ ਕਿੱਦਾਂ ਬਣਿਆ ਜੀ? ਤੁਸੀਂ ਵੈਸੇ ਕੋਈ ਮੁਲਾਕਾਤ ਹੋਈ ਸੀ ਜਾਂ ਕਿੱਦਾਂ? ਵੈਸੇ ਇੱਕ ਮੁਲਾਕਾਤ ਹੋਈ ਸੀ ਵਿਆਹ ਦੇ ਵਿੱਚ ਜੀ, ਰਿਸ਼ਤੇਦਾਰੀ ਦੇ ਵਿੱਚ। ਅੱਛਾ ਜੀ। ਬਸ ਇਹਨਾਂ ਨੂੰ ਮੈਨੂੰ ਪਸੰਦ ਆ ਗਈ, ਇਹ ਪਸੰਦ ਆ ਗਈ ਜੀ। ਅੱਛਾ ਜੀ। ਬਸ ਘਰਦਿਆਂ ਨੂੰ ਦੱਸਤਾ ਜਾ ਕੇ ਇਹਨਾਂ ਨੇ ਵੀ, ਤਾਂ ਮੈਂ ਵੀ ਅੱਛਾ ਜੀ। ਬਸ ਵੀ ਮੈਂ 2-3 ਸਾਲ ਬਾਅਦ ਫਿਰ ਘਰਦਿਆਂ ਨੇ, ਬਾਕੀ ਕੋਈ ਗੱਲਬਾਤ ਨਹੀਂ ਹੋਈ ਆਪਣੀ। ਅੱਛਾ ਜੀ। ਮੰਮੀ ਡੈਡੀ ਨੂੰ ਪਸੰਦ ਆ ਕੇ ਕਹਿੰਦੇ ਸੀ ਕੋਈ ਦੇਖਣਾ ਜਾ ਕੇ ਜੀ, ਉਹਨਾਂ ਨੇ ਦੇਖਿਆ ਜਾ ਕੇ ਤਾਂ ਅੱਛਾ ਜੀ। ਉਹਨਾਂ ਨੂੰ ਪਸੰਦ ਆ ਗਿਆ ਤਾਂ ਉਹਨਾਂ ਨੇ ਮੈਰਿਜ ਕਰਤੀ। ਠੀਕ ਹੈ, ਕੋਈ ਇਸ਼ੂ ਨਹੀਂ। ਜਿੱਦਾਂ ਹੁਣ ਤੁਹਾਡਾ ਨਾਂ ਕੀ ਹੈ ਵੈਸੇ ਭੈਣ ਜੀ? ਵੈਸੇ ਮੇਰਾ ਨਾਮ ਰੇਖਾ ਦੇਵੀ ਹੈ। ਰੇਖਾ ਦੇਵੀ। ਹਾਂਜੀ। ਤੇ ਕੋਈ ਤੁਹਾਡੇ ਘਰ ਦੇ ਨੇ ਇਸ਼ੂ ਨਹੀਂ ਕੀਤਾ? ਨਹੀਂ ਜੀ। ਕੋਈ ਇਸ਼ੂ ਨਹੀਂ ਕੀਤਾ? ਨਹੀਂ ਜੀ। ਅੱਛਾ ਜੀ। ਹਾਂਜੀ। ਤੇ ਤੁਹਾਡੇ ਘਰ ਦੇ ਮੰਨ ਗਏ ਸੀਗੇ? ਹਾਂ ਮੰਨ ਕੇ ਕਹਿੰਦੇ ਸਾਨੂੰ, ਮੈਂ ਕੋਈ ਨਸ਼ਾ ਪਤਾ ਨਹੀਂ ਕਰਦਾ ਤਾਂ ਸ਼ੁਰੂ ਤੋਂ ਜੀ। ਬਾਕੀ ਫੈਮਿਲੀ ਵੀ, ਬਾਕੀ ਹੋਰ ਬ੍ਰਦਰ ਹੈ ਜੀ ਸਾਰੇ ਜੀ, ਉਹ ਮੋਹਨੇ ਹੈ ਜੀ। ਅੱਛਾ ਜੀ। ਹਾਂ ਬਾਕੀ ਨਸ਼ਾ ਪਤਾ ਵੀ ਕਰਦੇ ਆ ਜੀ। ਅੱਛਾ ਜੀ। ਤੇ ਤੁਸੀਂ ਤਾਂ ਸਾਬਤ ਸੂਰਤ ਹੋ? ਹਾਂਜੀ ਮੈਂ ਹੁਣੇ 7 ਸਾਲ ਹੋਏ ਆ ਜੀ। ਨਹੀਂ ਪਹਿਲੇ ਮੈਂ ਵੀ ਦਾੜੀ ਦੂੜੀ ਕਟਾਉਂਦਾ ਤਾ ਜੀ ਆਪਣੀ। ਅੱਛਾ ਜੀ। ਹਾਂ ਕਿਉਂਕਿ ਸਾਡੇ ਨੰਗਲ ਸਾਈਡ, ਸਾਡੇ ਪਿੰਡਾਂ ਦੇ ਵਿੱਚ ਸਾਡਾ ਇੱਕੋ ਹੀ ਪਿੰਡ ਹੈ, ਮਤਲਬ ਕਿ ਇੱਕੋ ਹੀ ਘਰ ਹੈ, ਮਤਲਬ ਕਿ ਸਰਦਾਰਾਂ ਦਾ, ਬਾਕੀ ਸਾਰੇ ਹਿੰਦੂ ਫੈਮਿਲੀ ਆ ਉੱਥੇ। ਅੱਛਾ ਜੀ। ਮਤਲਬ ਸਾਨੂੰ ਸਿੱਖ ਇਤਿਹਾਸ ਬਾਰੇ ਕੁਛ ਇੰਨਾ ਜ਼ਿਆਦਾ ਕੁਛ ਨਹੀਂ ਪਤਾ ਤਾਂ ਇਹੀ ਦਾ ਕਿ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਜਾ ਕੇ, ਬਾਕੀ ਕੁਛ ਨਹੀਂ ਜੀ। ਅੱਛਾ ਜੀ। ਲੇਕਿਨ ਬਸ ਮੈਂ 7 ਸਾਲ ਹੋ ਗਏ ਇੱਥੇ ਚੰਡੀਗੜ੍ਹ ਆਇਆ ਜੀ, ਬਹੁਤ ਕੁਛ ਪਤਾ ਲੱਗਿਆ ਦੇਖ ਕੇ, ਸਾਰੇ ਸਰਦਾਰ ਫੈਮਲੀਆਂ ਦੇਖ ਕੇ, ਤਾਂ ਉਹ ਬਸ ਸਿੱਖੀ ਨਾਲ ਜੁੜ ਗਿਆ ਬਸ। ਉਹਦੇ ਬਾਅਦ ਕਦੇ ਵੀ ਨਹੀਂ ਕੁਛ ਕੀਤਾ ਜੀ। ਫਿਰ ਤੁਸੀਂ ਗੋਲ ਦਮਾਲਾ ਬੰਨਣ ਲੱਗੇ ਹੈ? ਗੋਲ ਦਮਾਲਾ ਪੱਗ ਸਾਰਾ। ਹਾਂਜੀ। ਅੱਛਾ, ਇਹ ਜਿਹੜੀ ਮੈਂ ਤੁਸੀਂ ਦੱਸਦੇ ਸੀ ਕਿ ਇਹ ਜਿਹੜਾ ਦਮਾਲਾ ਬੰਨਿਆ ਇਹ ਵੀ ਤੁਸੀਂ ਬੰਨਿਆ? ਹਾਂਜੀ ਮੈਂ ਬੰਨਿਆ ਜੀ। ਇਹ ਤਾਂ ਜੰਗੀ ਦਮਾਲਾ, ਇਹ ਤੁਹਾਨੂੰ ਆਉਂਦਾ ਬੰਨਣਾ ਇਹ? ਹਾਂਜੀ ਬੰਨ ਲੈਂਦੇ ਜੀ। ਅੱਛਾ ਜੀ। ਹਾਂਜੀ। ਦੇਖੋ ਸੰਗਤ ਜੀ ਕਿੰਨਾ ਪਿਆਰਾ ਬੰਨਿਆ ਹੋਇਆ, ਉਹ ਬੱਚੀ ਬੜੀ ਪਿਆਰੀ ਲੱਗ ਰਹੀ ਹੈ। ਚੜ੍ਹਦੀ ਕਲਾ ਚ ਬੇਟਾ? ਵੈਸੇ ਤਾਂ ਮੈਨੂੰ ਪੁੱਛਣਾ ਹੀ ਨਹੀਂ ਚਾਹੀਦਾ ਇਹ ਸਵਾਲ, ਜਿੱਦਾਂ ਜੈਕਾਰੇ ਛੱਡ ਰਹੀ ਸੀਗੀ। ਚੜ੍ਹਦੀ ਕਲਾ ਚ ਹੀ ਆ ਪੂਰੀ। ਕਿੰਨੇ ਸਾਲ ਦੀ ਹੈ ਬੇਟਾ? ਇਹ 5.5 ਸਾਲ ਦੀ ਹੋ ਗਈ ਜੀ। 5.5 ਸਾਲ ਦੀ। ਸਕੂਲ ਜਾਂਦੇ ਹੋ? ਕਿਹੜੀ ਕਲਾਸ ਪੜ੍ਹਦੇ ਹੋ? ਯੂਕੇ ਜੀ। ਬੱਚੀਆਂ ਤਾਂ ਸਾਰੀਆਂ ਡਰਦੀਆਂ ਹੋਣੀਆਂ ਤੇਰੇ ਤੋਂ। ਗੋਲੂ ਮੋਲੂ ਹੈ। ਮੈਡਮ ਪਿਆਰ ਕਰਦੀ ਹੈ? ਕੀ ਕਹਿੰਦੀ ਹੈ? हैं अच्छे लग रहे हो? ऐसे क्या बोलती है मैडम? ਕਹਿੰਦੀ ਮੈਂ ਕਹਿੰਦੀ ਅੱਛੇ ਲੱਗ ਰਹੇ। ਤੇ ਇਹ ਵੀਰ ਜੀ ਤੁਸੀਂ ਫਿਰ ਦਮਾਲਾ ਵਗੈਰਾ ਬੰਨਣਾ ਕਦੋਂ ਸਿੱਖਿਆ ਫਿਰ?
ਬਸ ਇਹਦੇ ਦੇਖ ਕੇ YouTube ਤੋਂ ਕੱਢ ਲੈਂਦੇ ਮਾੜਾ ਮੋਟਾ ਜੀ। ਅੱਛਾ, ਬਾਕੀ ਥੋੜਾ ਇੰਟਰਸਟ ਵੀ ਦਾ ਬਣਨ ਵਾਸਤੇ। ਖੁਦ ਵੀ ਬੰਦੇ ਹੋ ਇਦਾਂ ਦਾ? ਹਾਂਜੀ ਖੁਦ ਵੀ ਬੰਦੇ ਜੀ। ਅੱਛਾ ਜੀ। ਹਾਂਜੀ ਖੁਦ ਵੀ ਬੰਦੇ ਜੀ। ਵਿਆਹ ਤੋਂ ਪਹਿਲਾਂ ਤੁਸੀਂ ਇਦਾਂ ਅੰਮ੍ਰਿਤ ਛਕ ਲਿਆ ਸੀਗਾ ਕਿ ਬਾਅਦ ਚ ਨਹੀਂ ਛਕਿਆ? ਮੈਂ ਅੰਮ੍ਰਿਤ ਤਾਂ ਹੁਣ ਵੀ ਨਹੀਂ ਛਕਿਆ ਜੀ। ਅੱਛਾ ਜੀ। ਹਾਂਜੀ ਅੰਮ੍ਰਿਤ ਹੁਣ ਵੀ ਨਹੀਂ ਛਕਿਆ ਜੀ, ਲੇਕਿਨ ਖਾਂਦੇ ਪੀਂਦੇ ਕੁਛ ਨਹੀਂ ਹੈ ਜੀ, ਚਾਹ ਤੱਕ ਨਹੀਂ ਪੀਂਦਾ ਜੀ। ਅੱਛਾ ਜੀ, ਹਾਂ ਚਾਹ ਨਹੀਂ, ਮੀਟ ਨਹੀਂ, ਆਂਡਾ, ਦਾਰੂ ਕੁਛ ਨਹੀਂ ਜੀ ਕਦੇ ਅੱਜ ਤੱਕ। ਮਤਲਬ ਕਿ ਤਿਆਰੀ ਚੋਂ? ਹਾਂ ਤਿਆਰੀ, ਬਿਲਕੁਲ ਤਿਆਰੀ। ਬਸ ਸਾਡੀ ਇਹੀ ਇੱਛਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਕਿਤੇ ਮਿਲ ਜਾਣ, ਆਪਣੇ ਹੱਥੀਂ ਸਾਨੂੰ ਛਕਾ ਦੇਣ। ਤਾਂ ਹੁਣ ਤਾਂ ਇਹ ਵੀ ਬਹੁਤ ਪਿਆਰ ਹੈ ਜੀ, ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਜੀ ਮਿਲ ਜਾਣ ਇੱਕ ਵਾਰੀ, ਆਪਣੇ ਹੱਥਾਂ ਨਾਲ ਸਾਨੂੰ ਛਕਾ ਦਿੰਦਾ ਸੀ ਸਿੰਘ ਛਕ ਜਾਣਾ। ਇਹ ਵੀ ਛਕਣ ਵਾਸਤੇ ਤਿਆਰ ਹੈ ਜੀ। ਅੱਛਾ, ਅੰਮ੍ਰਿਤ ਛਕਣਾ ਬੇਟਾ? ਅੱਛਾ ਇਹਦਾ ਬਹੁਤ ਮਗਰ ਪੈਂਦੀ ਹੈ। ਅੱਜ ਕਿਹਾ ਵੀ ਪੋਨੀ ਕਰਕੇ ਚੱਲਦੇ ਆ, ਕਹਿੰਦੇ ਨਹੀਂ ਦਮਾਲਾ ਵੱਲ ਕੇ ਜਾਣਾ ਹੈ। ਅੱਛਾ ਜੀ। 2 ਵਾਰੀ ਬੰਨਿਆ ਤਾਂ ਜੇ ਸੈੱਟ ਨਹੀਂ ਆਇਆ ਤਾਂ ਰੋਣ ਲੱਗ ਪਏ, ਕਹਿੰਦੇ ਨਹੀਂ ਮੈਂ ਤਾਂ ਬੰਨਣਾ ਜੀ। ਅੱਛਾ ਜੀ। ਆ ਫਿਰ ਬੰਨ ਕੇ ਸਜਾ ਕੇ ਫਿਰ ਆਈਏ ਜੀ। ਅੱਛਾ ਠੀਕ ਹੈ। ਤੇ 5 ਵਜੇ ਉੱਠ ਜਾਓ, ਚਾਹੇ 3 ਵਜੇ ਉੱਠ ਜਾਓ ਜੀ, ਚਾਹੇ 2 ਵਜੇ ਉੱਠ ਜਾਓ ਜੀ, ਡਿਊਟੀ ਜਾਣ ਦਾ ਟਾਈਮ ਜੀ। ਇਹ ਉਸ ਟਾਈਮ ਮੇਰੇ ਨਾਲ ਹੀ ਉੱਠੇਗੀ। ਉਹ ਗੁਰਦੁਆਰਾ ਸਾਹਿਬ ਸਵੇਰੇ ਡੇਲੀ ਜਾਣਾ ਹੀ ਜਾਣਾ ਇਹਨੇ। ਜੋੜਿਆਂ ਦੀ ਸੇਵਾ ਕਰਦੀ ਹੈ ਸਵੇਰੇ ਜਾ ਕੇ ਜੀ। ਅੱਛਾ ਜੀ। 6 ਫੇਸ ਗੁਰਦੁਆਰਾ ਜੀ। 6 ਫੇਸ ਕਿਹੜੇ ਮੋਹਾਲੀ ਰਹਿੰਦੇ ਹੋ? ਮੋਹਾਲੀ ਹਾਂਜੀ। ਅੱਛਾ, ਹੁਣ ਡਿਊਟੀ ਇੱਥੇ ਹੀ ਹੈ ਤੁਹਾਡੀ? ਹਾਂ ਡਿਊਟੀ ਇੱਥੇ ਹੈ ਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ 42 ਸੈਕਟਰ ਡਾਕਟਰ ਅੰਬੇਦਕਰ ਇੰਸਟੀਚਿਊਟ ਦੇ ਵਿੱਚ ਡਰਾਈਵਰ ਹੈ, ਪ੍ਰਿੰਸੀਪਲ ਦਾ ਜੀ। ਅੱਛਾ ਅੱਛਾ ਅੱਛਾ, ਠੀਕ ਹੈ ਜੀ। ਚਲੋ ਰੱਬ ਨੇ ਤੁਹਾਨੂੰ ਕਿਰਤ ਵੀ ਉਦਾਂ ਦੀ ਦਿੱਤੀ ਹੋਈ ਹੈ ਜਿੱਦਾਂ ਤੁਹਾਡਾ ਸੁਭਾਅ ਅਸੀਂ ਵੇਖ ਰਹੇ ਹਾਂ, ਸ਼ਾਂਤ ਸੁਭਾਅ। ਤੇ ਬੇਟਾ ਕੀ ਕਹਿੰਦੇ ਹੋ ਤੁਸੀਂ ਵੀ ਦਵਾਲਸ ਜਾ ਕੇ ਜਾਣਾ? ਗੁਰਦੁਆਰੇ ਜਾਂਦੇ ਹੋ ਰੋਜ਼? ਵਧੀਆ ਲੱਗਦਾ? ਸੇਵਾ ਕਰਦੇ ਹੋ ਉੱਥੇ? ਅੱਛਾ, ਫਿਰ ਸਕੂਲ ਫਿਰ ਇੱਥੇ ਹੀ ਪਾਏ ਹੋਏ ਸੀ ਬੱਚੇ? ਸਕੂਲ ਹਾਂਜੀ। ਬੜੀ ਬੇਟੀ ਮੇਰੀ ਨਵੋਦਿਆ ਚ ਹੈ ਜੀ, 25 ਸੈਕਟਰ ਦੀ। ਅੱਛਾ, ਇਹ ਤੋਂ ਵੱਡੀ ਵੀ ਹੈਗੀ ਹੈ? ਵੱਡੀ ਹਾਂਜੀ। ਕਿੰਨੇ ਬੱਚੇ ਤੁਹਾਡੇ? 2 ਬੇਟੀਆਂ ਜੀ। 2 ਬੇਟੀਆਂ। ਉਹ ਕਿੰਨੇ ਸਾਲ ਦੇ ਨੇ? ਉਹ 12 ਸਾਲ ਦੀ ਹੈ ਜੀ। ਅੱਛਾ ਜੀ। ਫਿਰ 12 ਸਾਲ ਲੱਗਿਆ ਜੀ। ਫਿਰ ਤਾਂ ਤੁਹਾਡੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ। 2009 ਦਾ ਸਾਡਾ ਵਿਆਹ ਹੋਇਆ ਜੀ। ਅੱਛਾ, ਇਹ ਤੁਸੀਂ ਦੇਖਣ ਤੋਂ ਨਹੀਂ ਲੱਗਦੇ ਤੁਸੀਂ। ਇਹਨਾਂ ਦੀ ਉਮਰ ਬਹੁਤ ਘੱਟ ਲੱਗਦੀ, ਤੁਹਾਡੀ ਵੀ ਹਾਂਜੀ। ਹਨਾ? ਕੋਈ ਕਹਿ ਹੀ ਨਹੀਂ ਸਕਦਾ ਵੀ 12 ਸਾਲ ਦੀ ਤੁਹਾਡੀ ਬੱਚੀ ਹੋਣੀ ਆ। ਹਾਂਜੀ। ਅੱਛਾ, ਤੇ ਵਿਆਹ ਤੋਂ ਪਹਿਲਾਂ ਫਿਰ ਤੁਸੀਂ ਇਦਾਂ ਉਸ ਟਾਈਮ ਕਟਿੰਗ ਸੀਗੇ ਜਾਂ ਕੇਸ ਰੱਖ ਰਹੇ ਨਹੀਂ ਸੀ? ਕਟਿੰਗ ਮੈਂ ਕਦੇ ਨਹੀਂ ਕੀਤੀ ਹੈ ਜੀ। ਅੱਛਾ। ਸਿਰ ਦੀ ਕਟਿੰਗ ਨਹੀਂ ਕੀਤੀ ਹੈ, ਲੇਕਿਨ ਦਾੜੀ ਦੀ ਕਟਿੰਗ ਪਿੰਡ ਵਿੱਚ ਦੇਖ ਕੇ ਕੋਈ ਹੈ ਨਹੀਂ ਤੇ ਸਰਦਾਰ ਹਾਂ ਹਾਂ ਹਾਂ, ਸਿੱਖੀ ਫੈਮਿਲੀ ਬਾਰੇ ਦੇਖਾ ਦੇਖੀ ਫਿਰ ਉਦਾਂ ਤੁਸੀਂ ਹਾਂ, ਕਟਾ ਬਾਕੀ ਲਈ? ਸਾਡੇ ਫਾਦਰ ਸਾਹਿਬ ਹੈ, ਉਹ ਵੀ ਮਤਲਬ ਕਿ ਹੈ ਤਾਂ ਸਰਦਾਰ ਗਏ, ਲੇਕਿਨ ਉਹਨਾਂ ਨੂੰ ਕੁਝ ਸਿੱਖ ਬਾਰੇ ਕੋਈ ਥੋੜਾ ਗਿਆਨ ਘੱਟ ਹੈ ਜੀ। ਠੀਕ ਹੈ। ਕਿਉਂਕਿ ਇੰਨਾ ਕੁਝ ਉੱਤੇ ਪ੍ਰਚਾਰ ਨਹੀਂ ਹੈਗਾ ਜੀ ਆਪਣੇ। ਹੂੰ। ਵੈਸੇ ਸਾਡਾ ਆਪਣਾ ਗੁਰਦੁਆਰਾ ਸਾਹਿਬ ਸਾਡੇ ਪੜਦਾਦਾ ਜੀ ਹੈ। ਠੀਕ ਹੈ। ਹਾਂ ਗੁਰਦੁਆਰਾ ਸਾਹਿਬ ਵਿੱਚ ਸੀਗੇ, ਹੂੰ। ਲੇਕਿਨ ਇੰਨਾ ਸਾਨੂੰ ਨਹੀਂ ਪਤਾ था ਕਿ ਹਾਂ, ਨਹੀਂ ਪ੍ਰਚਾਰ ਦੀ ਕਮੀ ਰਹੀ ਹੈ ਬਿਲਕੁਲ, ਕਿਉਂਕਿ ਸਾਡਾ ਸਿੱਖ ਜਿਹੜੇ ਨੇ ਉਹਦੀ ਜੰਗਾਂ ਯੁੱਧਾਂ 'ਚ ਹੀ ਉਲਝੇ ਰਹੇ ਆ। ਹਾਂਜੀ, ਇੰਨੇ ਮੁਸ਼ਕਲ ਹਾਲਾਤ ਦੇ ਵਿੱਚ ਸਿੱਖ ਗੁਜ਼ਰੇ ਆ, ਪੱਤਾ ਸਿੰਘਾਂ ਦਾ ਵੈਰੀ ਕਹਿੰਦੇ ਹਾਂਜੀ। ਹਨਾ? ਤੇ ਫਿਰ ਉਹ ਇਤਿਹਾਸ ਦੱਸਣ ਦਾ, ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲ ਹਾਂ ਸਕਿਆ। ਬਾ ਜਿੱਦਾਂ ਅਸੀਂ ਹੁਣ ਜਿਹੜਾ ਮੋਬਾਈਲ ਦੇ ਉੱਪਰ ਆਨਲਾਈਨ ਸਭ ਕੁਝ ਆ ਗਿਆ ਜੀ, ਉਹ ਅਸੀਂ ਦੇਖ ਕੇ ਬਾਬਾ ਜਰਨੈਲ ਸਿੰਘ ਜੀ ਸਿਸਟਮ ਇਹ ਪੈਦਾ ਹੋਣਾ ਦਾ ਇਹਨੇ, ਹਾਂ, ਤਾਂ ਅਸੀਂ ਬਸ ਇਹੀ ਗੁਰਬਾਣੀ ਸੁਣ ਕੇ ਇਹਨੂੰ ਕੀਤਾ ਜੀ। ਅੱਛਾ ਜੀ। ਗੁਰਬਾਣੀ ਸੁਣਾਈ ਹੈ ਸਾਰੀ ਅਸੀਂ ਠੀਕ ਪੇਟ ਹੈ। ਦੇ ਵਿੱਚ ਸਭ ਕੁਝ। ਬਾਬਾ ਜੀ ਦੇ ਬਹੁਤ ਬੜੇ ਫੈਨ ਹੈ, ਬਹੁਤ ਬੜੇ ਸੰਤ ਫੈਨ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਜੀ ਬੜੇ ਅੱਛਾ ਜੀ। ਹਾਂਜੀ ਬਹੁਤ ਇੱਛਾ ਦੀ ਉਹਨਾਂ ਨਾਲ ਮਿਲਣ ਵਾਸਤੇ। ਚਲੋ ਠੀਕ ਹੈ ਜੀ। ਨਹੀਂ ਮੁਲਾਕਾਤ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਆਏ ਨੇ, ਠੀਕ ਹੈ। ਹੁਣ ਇਹ ਕਹਿੰਦੀ ਵੀ ਉਹਨਾਂ ਨੂੰ ਕੋਈ ਮਿਲ ਜਾਣ ਦਾ ਆਪਾਂ ਠੀਕ ਅੰਮ੍ਰਿਤ ਉਹਨਾਂ ਦਾ ਛਕਣਾ। ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖੋ ਉਹਨਾਂ ਦਾ ਖੁੱਲਾ ਹੀ ਦਰਬਾਰ ਹੈ, ਜਦੋਂ ਮਰਜੀ ਮੇਰਾ ਮੰਨਣਾ ਤਾਂ ਇਹ ਵੀ ਵੇਟ ਨਹੀਂ ਕਰਨੀ ਚਾਹੀਦੀ, ਚਾਹੇ ਭਾਈ ਅੰਮ੍ਰਿਤਪਾਲ ਜੀ ਹੋਣ ਚਾਹੇ ਕੋਈ ਵੀ ਹੋਵੇ ਹਨਾ। ਤੇ ਇਹ ਹੁੰਦਾ ਵੀ ਤੁਹਾਡਾ ਸਤਿਕਾਰ ਹੈ ਉਹਨਾਂ ਦੇ ਪ੍ਰਤੀ, ਉਹ ਜੋ ਕੰਮ ਕਰ ਰਹੇ ਆ ਵਧੀਆ ਕੰਮ ਹੈ, ਨਸ਼ੇ ਛੁਡਾ ਰਹੇ ਆ, ਸਾਰਾ ਕੌਮ ਦਾ ਬਹੁਤ ਵਧੀਆ ਕਰ ਰਹੇ ਆ। ਪਰ ਜੇ ਤੁਹਾਡੀ ਮਨ ਦੀ ਇੱਛਾ, ਫਿਰ ਤੁਹਾਨੂੰ ਇਦਾਂ ਅਟਕਣਾ ਨਹੀਂ ਚਾਹੀਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਆਣਗੇ ਤੇ ਉਹੀ ਛਕਾਣਗੇ। ਕੁਝ ਆਪਣੇ ਆਪ ਦੇ ਯਕੀਨ ਜਿਹਾ ਨਹੀਂ ਹੁੰਦਾ ਵੀ ਨਹੀਂ ਕੋਈ ਸਾਨੂੰ ਕੋਈ ਗਲਤ ਖਾ ਨਾ ਦੇਵੇ ਕਿ ਸਾਡਾ ਅੰਮ੍ਰਿਤ ਨਾ ਟੁੱਟ ਜੇ ਕਿਤੇ। ਇਸ ਚੀਜ਼ ਤੋਂ ਬਹੁਤ ਡਰ ਲੱਗਦਾ ਸਾਨੂੰ ਜੀ। ਨਹੀਂ, ਮੈਂ ਤੁਹਾਨੂੰ ਵੈਸੇ ਗੱਲ ਦੱਸਦਾ ਜੀ, ਅੰਮ੍ਰਿਤ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਵੀ ਜਿਹੜੀ ਟੁੱਟ ਜੇਗੀ ਨਾ। ਅੰਮ੍ਰਿਤ ਆਤਮਾ ਦੇ ਨਾਲ ਜੁੜਿਆ ਹੋਇਆ ਹੁੰਦਾ ਹਨਾ ਜੀ। ਅੰਮ੍ਰਿਤ ਜਿਹੜੀ ਬੰਦੇ ਨੂੰ ਮ੍ਰਿਤੂ ਤੋਂ ਉੱਪਰ ਚੱਕ ਦੇਵੇ ਹਨਾ ਜੀ। ਇਹ ਜਿਹੜੇ ਡਰ ਹੈ ਨਾ, ਇਹ ਬੜੇ ਛੋਟੇ ਡਰ ਹੈ ਸਾਡੇ। ਜਦੋਂ ਬੰਦੇ ਨੇ, ਜਦੋਂ ਤੁਸੀਂ ਪਰਮਾਤਮਾ ਨੂੰ ਸਮਰਪਿਤ ਹੋ ਗਏ, ਫਿਰ ਕੋਈ ਨਹੀਂ ਤੁਹਾਨੂੰ ਕੁਝ ਰੋਕ ਸਕਦਾ ਹੈਗਾ। ਪਾਠ ਪੂਠ ਦਾ ਵੀ ਸਾਨੂੰ ਕੁਝ ਪਤਾ ਨਹੀਂ ਵੀ ਕਿਹੜਾ ਪਾਠ ਕਿਸ ਟਾਈਮ ਹੁੰਦਾ, ਬਸ ਇੰਨਾ ਹੀ ਪਤਾ ਕਿ ਅਸੀਂ ਬਸ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ। ਦੇਖੋ ਜਿੱਦਾਂ ਕਈਆਂ ਨੂੰ ਨਾ ਗਿਆਨ ਬੜਾ ਹੁੰਦਾ, ਇਤਿਹਾਸ ਬੜਾ ਪਤਾ ਹੁੰਦਾ, ਲੇਕਿਨ ਉਹਦੇ ਅੰਦਰ ਨਾ ਮਨ ਦੀ ਇੱਛਾ ਨਹੀਂ ਹੁੰਦੀ ਵੀ ਅੰਮ੍ਰਿਤ ਛਕ ਲਈਏ ਹਨਾ ਜੀ। ਜਿੱਦਾਂ ਹੁਣ ਤੁਸੀਂ ਕੇਸ ਵੀ ਰੱਖੇ ਹੋਏ ਆ, ਸਾਰਾ ਕੁਝ ਰੱਖਿਆ ਹੋਇਆ। ਗੁਰਬਾਣੀ ਪਤਾ ਕੀ ਕਹਿੰਦੀ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਇੰਸਪਾਇਰ ਕਰਨ ਦੇ ਲਈ ਤਾਂ ਇੱਕ ਤੁਸੀਂ ਗੁਰੂ ਮਹਾਰਾਜ ਜੀ ਦੀ ਇੱਕ ਬੋਲੇ ਸੁਣ ਲਓ, ਉਹਨਾਂ ਦਾ ਕੋਈ ਇੱਕ ਸਾਖੀ ਸੁਣ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇੱਕ ਸਾਖੀ ਤੁਹਾਨੂੰ ਜੋੜ ਦੂਗੀ, ਤੁਹਾਡਾ ਜੀਵਨ ਬਦਲ ਦੂਗੀ ਹੈਨਾ। ਜਿਹਦਾ ਜੀਵਨ ਨਹੀਂ ਬਦਲਣਾ, ਉਹ ਫਿਰ ਸਾਰਾ ਇਤਿਹਾਸ ਜਾਣਦਾ ਹੋਊਗਾ, ਉਹਦੇ ਤੇ ਕੋਈ ਅਸਰ ਨਹੀਂ ਹੋਣਾ। 5 ਸਾਲ ਦਾ ਹੋਣੀ ਸੀ। ਇਸ ਲਈ ਇਹ ਤੁਹਾਡੀ ਵੱਡੀ ਗੱਲ ਆ, ਤੁਹਾਡੇ ਮਨ ਦੇ ਅੰਦਰ ਸ਼ਰਧਾ ਹੈਗੀ ਆ। ਸਭ ਤੋਂ ਵੱਡੀ ਗੱਲ ਸ਼ਰਧਾ ਹੀ ਹੁੰਦੀ ਹੈ ਜੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਹਨਾ ਜੀ। ਤੇ ਗੁਰੂ ਮਹਾਰਾਜ ਜੀ ਤਾਂ ਪੂਰਾ ਖਜ਼ਾਨਾ ਨੇ। ਫਿਰ ਉਹ ਤਾਂ ਕਹਿੰਦੇ ਜੇ ਬਸ ਤੂੰ ਭਾਂਡਾ ਲੈ ਕੇ ਆ ਜਾ, ਭਰ ਮੈਂ ਦਊਂਗਾ ਹਾਂਜੀ। ਇਹ 5 ਸਾਲ ਦੀ ਹੋਣਾ ਸੀਗਾ ਇਹਨੇ। ਹਾਂਜੀ। ਅਸੀਂ ਕਿਹਾ ਵੀ ਬਰਥਡੇ ਫਿਰ ਕਿੱਥੇ ਮਨਾਵਾਂਗੇ ਤੇਰਾ? ਹਾਂਜੀ। ਇਹ ਕਹਿੰਦੀ ਮੈਂ ਤਾਂ ਸ਼੍ਰੀ ਹਰਿਮੰਦਰ ਸਾਹਿਬ ਜਾਊਂਗੀ।
ਅੱਛਾ ਜੀ। ਮੈਨੂੰ ਕੁਝ ਨਹੀਂ ਚਾਹੀਦਾ ਵੀ ਮੈਨੂੰ ਉੱਥੇ ਲੈ ਕੇ ਚੱਲੋ। ਅੱਛਾ ਜੀ। ਤਾਂ ਇਸ ਸਵੇਰੇ ਅਸੀਂ ਬੱਸ ਫੜੀ, ਦੋਨੇ ਬੇਟੀਆਂ ਅਸੀਂ ਦੋਨੇ ਨੇ ਹਾਂਜੀ। ਉੱਥੇ ਜਾ ਕੇ ਚੱਲ ਗਏ ਹਰਮੰਦਰ ਸਾਹਿਬ। ਥੋੜਾ ਜਿਹਾ ਜ਼ੋਰ ਕੇ ਬੋਲੇ ਮਾੜਾ 8 ਵਜੇ ਆਪਾਂ ਉੱਥੇ ਪੁੱਜ ਗਏ ਤੇ ਜੀ ਬੱਸ ਸਟੈਂਡ ਸ਼੍ਰੀ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਜੀ। ਠੀਕ ਹੈ। ਉੱਥੇ ਬਾਬਾ ਟਾਲ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ, ਬੈਕ ਸਾਈਡ ਤੇ ਜੀ। ਹਾਂਜੀ ਹਾਂਜੀ, ਬਾਬਾ ਟੱਲ ਪੱਕੀਆਂ ਪਕਾਈਆਂ ਹਾਂ ਘੱਲ। ਪੱਕੀਆਂ, ਹਾਂਜੀ। ਤਾਂ ਪਿਛਲੀ ਵਾਰੀ ਅਸੀਂ ਗਏ ਤੇ ਪਹਿਲੇ ਤਾਂ ਇਹ ਰਹਿ ਗਈ ਸੀ ਮੱਥਾ ਟੇਕਣ ਤੋਂ। ਉੱਥੇ ਟਾਈਮ ਟੇਬਲ ਆ, ਕੁਛ ਇੰਨੇ ਕੁ ਵਜੇ ਖੁੱਲ੍ਹਦਾ, ਇੰਨੇ ਕੁ ਵਜੇ ਬੰਦ ਹੁੰਦਾ ਜੀ। ਅੱਛਾ ਜੀ। ਤਾਂ ਵੀ ਉਸ ਟਾਈਮ ਸੀਗਾ ਕਦੀ ਵੀ ਆਪਾਂ ਮੱਥਾ ਟੇਕਣਾ ਹੈ। ਅਸੀਂ ਚੜ੍ਹਨ ਲੱਗੇ, ਪਰ ਕਾਫੀ ਹੈ ਤਾਂ ਹਾਈਟ ਦੇ ਉੱਪਰ ਹੈ ਜੀ, ਉੱਚਾ ਹੈ। ਠੀਕ ਹੈ। ਤਾਂ ਫਿਰ ਕਹਿੰਦੀ ਵੀ ਮੇਰੇ ਤੋਂ ਨਹੀਂ ਜਾ ਹੋਣਾ, 2 ਮੰਜ਼ਿਲ ਚੜ੍ਹ ਕੇ ਉੱਪਰ। ਠੀਕ ਹੈ। ਕਹਿੰਦੀ ਵੀ ਮੇਰੇ ਤੋਂ ਨਹੀਂ ਜਾ ਹੋਣਾ, ਕਿ ਵੀ ਤੁਸੀਂ ਜਾਇਆ ਉੱਪਰ। ਇੱਕ ਮਾਤਾ ਜੀ ਬਜ਼ੁਰਗ ਸੀਗੇ, ਕਾਫੀ ਸਿਆਣੇ, ਮੈਲੇ ਜਿਹੇ ਕੱਪੜੇ ਪਾਏ ਸੀ, ਕੇਸਰੀ ਰੰਗ ਦਾ ਉਹਨਾਂ ਨੇ ਪਟਕਾ ਬੰਨਿਆ। ਉਹਦੀ ਬੇਟੀ ਵੀ ਉੱਦਾਂ ਦੀ ਸੀਗੀ, ਜਿੱਦਾਂ ਸਿੱਧੇ ਜਿਹੇ ਹੁੰਦੇ ਆ ਜੀ। ਠੀਕ ਹੈ। ਤਾਂ ਉਹ ਆਏ ਇਹਦੇ ਕੋਲ, ਕਹਿੰਦੀ ਬੇਟਾ ਤੂੰ ਚੱਲ, ਕਹਿੰਦੀ ਉੱਪਰ, ਕਹਿੰਦੀ ਕਿਉਂ ਨਹੀਂ ਜਾਣਾ ਤੈਨੂੰ, ਕਹਿੰਦੀ ਹੌਲੀ ਹੌਲੀ ਕਰਕੇ ਚੜ੍ਹ, ਕਹਿੰਦੀ ਉੱਪਰ ਜਾ ਕੇ ਚਾਹੇ ਪਾਠ ਕਰ, ਜੋ ਮਰਜ਼ੀ ਕਰ, ਪਾਠ ਕਰਕੇ ਕਹਿੰਦੀ ਜੋ ਤੇਰੀ ਮਨੋਕਾਮਨਾ ਪੂਰੀ ਹੋ ਜਾਏਗੀ, ਉਹ ਤੈਨੂੰ ਅੱਜ ਸਾక్షਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹੋਣਗੇ। ਠੀਕ ਹੈ ਜੀ। ਅਸੀਂ ਉੱਪਰ ਜਾ ਕੇ ਦੇਖੋ, ਮੈਂ ਦੱਸਿਆ ਮੈਂ ਕਿਹਾ ਬਜ਼ੁਰਗ ਕਰਨੇ ਆ ਵੀ ਉੱਪਰ ਜਾ ਕੇ ਜਾਣਾ ਚਾਹੀਦਾ, ਤੂੰ ਚੱਲ। ਇਹ ਵੀ ਹੌਸਲਾ ਕਰਕੇ ਚੱਲ ਗਈ ਉੱਪਰ। ਠੀਕ ਹੈ ਜੀ। ਪਾਠ ਕੀਤਾ, ਉੱਥੇ ਜਾ ਕੇ ਅਰਦਾਸ ਕੀਤੀ ਜੀ। ਥੱਲੇ ਆ ਕੇ ਅਸੀਂ ਦੇਖਦੇ ਰਹੇ ਮਾਤਾ ਜੀ ਨੂੰ ਸੇਵਾ ਸੂਵਾ ਕਰ ਰਹੇ ਸੀਗੇ, ਕਾਫੀ ਨਿਸ਼ਾਨ ਸਾਹਿਬ, ਥੜਾ ਸਾਹਿਬ ਦੀ। ਉਹਦੇ ਬਾਅਦ ਉਹ ਵਿਛੜ ਗਏ, ਸਾਡੇ ਨਾਲ ਚੱਲ ਗਏ ਜੀ। ਅੱਛਾ ਜੀ। ਸ਼ਾਮ ਨੂੰ ਅਸੀਂ ਇਹਦਾ ਪ੍ਰਕਰਮਾਂ ਦੇ ਵੀ ਸਾਡੇ ਕਾਫੀ ਪਿੰਡ ਦੇ ਬੰਦੇ ਮਿਲੇ। ਉਹ ਕਹਿੰਦੇ ਵੀ ਤੁਸੀਂ ਮੱਥਾ ਟੇਕ ਲਓ। ਅਸੀਂ ਕਿ ਅੱਜ ਨਹੀਂ ਟੇਕਣਾ, ਵੀ ਤਾਂ ਬਰਥਡੇ ਆ, ਸਵੇਰ ਨੂੰ ਅਸੀਂ ਤੜਕੇ ਟੇਕਾਂਗੇ 3-4 ਵਜੇ, ਲੈਣ 'ਚ ਲੱਗ ਜਾਵਾਂਗੇ। ਤੁਸੀਂ ਮੈਨੂੰ ਥੋੜਾ ਜਿਹਾ ਕਲੀਅਰ ਕਰਿਓ, ਪਹਿਲਾਂ ਬਾਬਾ ਟਾਲ ਜੀ ਦੇ ਤੁਸੀਂ ਗਏ ਹੈਨਾ, ਭੈਣ ਜੀ ਜਿੱਦਾਂ ਥਕਾਵਟ ਹੋਈ ਸੀ, ਭੈਣ ਜੀ ਪਹਿਲਾਂ ਥੋੜਾ ਜਿਹਾ ਮਨਾ ਕਰਦੇ ਸੀਗੇ ਵੀ ਜਾ ਨਹੀਂ ਹੋਣਾ, ਚੜ੍ਹ ਨਹੀਂ ਹੋਣਾ ਉੱਪਰ। ਹਾਂਜੀ। ਤੇ ਜਦੋਂ ਇਹਨਾਂ ਨੇ ਬੇਟੀ ਨੇ ਹੋਣਾ ਸੀਗਾ, ਉਦੋਂ ਦੀ ਗੱਲ? ਬੇਟੀ 5 ਸਾਲ ਦੀ ਸੀਗੀ, 5ਵਾਂ ਸਾਲ। ਅੱਛਾ, 5ਵਾਂ ਸਾਲ ਲੱਗ ਗਿਆ ਸੀ। ਅੱਛਾ ਅੱਛਾ, ਬਰਥਡੇ ਸੀਗਾ। ਤੇ ਮਾਤਾ ਜੀ ਜਿਹੜੇ ਤੁਹਾਨੂੰ ਮਿਲੇ, ਉਹ ਕਹਿੰਦੇ ਵੀ ਤੁਸੀਂ ਇੱਥੇ ਮੱਥਾ ਟੇਕੋ ਤੇ ਮਨੋਕਾਮਨਾ ਤੁਹਾਡੀ ਹੈ ਨਾ, ਜੋ ਸ਼ਰਧਾ ਤੁਹਾਡੇ ਮਨ 'ਚ ਪੂਰੀ ਹੋਊਗੀ। ਹਾਂਜੀ, ਕਹਿੰਦੇ ਵੀ ਉੱਪਰ ਜ਼ਰੂਰ ਜਾਓ। ਅੱਛਾ, ਕਹਿੰਦੇ ਵੀ ਤੂੰ ਉੱਪਰ ਜਾ ਜ਼ਰੂਰ। ਅੱਛਾ ਜੀ। ਉਸ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਆ ਗਏ? ਦਰਬਾਰ ਸਾਹਿਬ ਆ ਗਏ। ਅੱਛਾ ਜੀ। ਕਮਰਾ ਲਿਆ ਸੀਗਾ ਅਸੀਂ ਉੱਥੇ। ਅੱਛਾ ਜੀ। ਤਾਂ ਬਸ ਉੱਥੇ ਪਰਿਕਰਮਾ ਦੇ ਵੀ ਬੈਠੇ, ਤਾਂ ਬਾਰਿਸ਼ ਲੱਗ ਗਈ। ਬਾਰਿਸ਼ ਦੇ ਵੀ ਘੁੰਮਦੇ ਰਹੇ, ਸਾਰੀ ਬਾਰਿਸ਼ ਦੇ ਵੀ ਭੱਜੀ। ਬੜੀ ਬੇਟੀ ਕਹਿੰਦੀ ਮੈਂ ਬੈਠ ਜਾਣਾ, ਵੀ ਮੈਂ ਨਹੀਂ ਜਾ ਸਕਦੀ, ਉਹ ਥੋੜੀ ਢਿੱਲੀ ਜਿਹੀ ਹੈ। ਇਹ ਸਾਰੀ ਪਰਿਕਰਮਾ 4-5 ਵਜੇ ਤੱਕ ਗਿਰ ਗਈ ਇਹ। ਅੱਛਾ। ਫਿਰ ਵੀ ਨਹੀਂ ਹੌਸਲਾ ਨਹੀਂ ਹਾਰਿਆ, ਕਹਿੰਦੀ ਮੈਂ ਜਾਣਾ, ਕਹਿੰਦੀ ਵਰਖਾ ਦੇ ਵਿੱਚ ਭਿੱਜ ਗਈ। ਮੈਂ ਵੀ ਭਿੱਜ ਗਿਆ ਤੇ ਇਹ ਵੀ ਭਿੱਜ ਗਈ, ਬਹੁਤ ਤੇਜ਼ ਬਾਰਿਸ਼ ਲੱਗੀ। ਉਹਦੇ ਬਾਅਦ ਸ਼ਾਮ ਨੂੰ ਅਸੀਂ ਨਹਾ ਧੋ ਕੇ ਅਸੀਂ ਰੂਮ ਦੇ ਵਿੱਚ ਚੱਲ ਗਏ। ਉਹਦੇ ਬਾਅਦ ਆਪਾਂ ਬੈਠੇ ਪਰ ਪਾਠ ਸੁਣ ਰਹੇ ਤੇ ਸ਼ਾਮ ਨੂੰ ਜੀ। ਇਹ ਕੁਝ ਦੱਸਣ ਲੱਗੇ ਕਿ ਕੌਣ ਮਿਲਿਆ? बादलों में बाबा जी मिले गुरु गोबिंद सिंह जी। ਬਾਦਲੋਂ में ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਿਲੇ। ਅੱਛਾ। ਉਹਨੇ ਬਈ ਪਰਿਕਰਮਾ ਦੇ ਵਿੱਚ ਬੈਠ ਕੇ ਜੀ ਪਾਠ ਸੁਣ ਰਹੇ ਸੀਗੇ। ਕਹਿੰਦੇ ਵੀ ਬੇਟੀ ਨਾਲੇ ਕਹਿੰਦੇ ਵੀ ਮੈਂ ਇਸ਼ਨਾਨ ਕਰ ਲੈਂਦੀ ਜਦੋਂ। ਅੱਛਾ ਜੀ। ਮੈਂ ਕਿਹਾ ਚਲੋ ਤੁਸੀਂ ਇਸ਼ਨਾਨ ਕਰ ਲਓ, ਅਸੀਂ ਪਾਠ ਸੁਣ ਰਹੇ, ਮੈਂ ਨਾਲ ਬੇਟੀ ਦੋਨੇ ਬੈਠ ਕੇ। ਅੱਛਾ ਜੀ। ਇਸ਼ਨਾਨ ਕਰਨ ਚੱਲ ਗਏ। ਇਸ਼ਨਾਨ ਕਰਕੇ ਆਏ ਜਦੋਂ ਬੈਠੇ, ਤਾਂ 2 ਮਿੰਟ ਬਾਅਦ ਕਹਿੰਦੇ ਵੀ ਬਾਦਲਾਂ 'ਚ ਦੇਖੋ, ਵੀ ਉੱਪਰ ਦੇਖੋ। ਬੇਟੀ ਕਹਿੰਦੀ ਤੁਹਾਡੀ? ਮੇਰੀ ਵਾਈਫ ਕਹਿੰਦੀ। ਅੱਛਾ, ਤੁਸੀਂ ਕਹਿੰਦੇ ਹੋ? ਅੱਛਾ ਜੀ। ਜੇ ਦੇਖਿਆ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰੀ ਫੋਟੋ ਬਣੀ ਸੀਗੀ, ਤਾਂ ਮੈਂ ਮੋਬਾਈਲ ਕੱਢ ਕੇ ਫੋਟੋ ਖਿੱਚ ਲਈ ਉਹ। ਅੱਛਾ ਜੀ। ਫੋਟੋ ਖਿੱਚ ਲਈ, ਤਾਂ ਉਹਦੇ ਬਾਅਦ ਫੋਟੋ ਅਸੀਂ ਰੱਖੀ ਆਪਣੇ ਕੋਲ। ਕਾਫੀ ਟਾਈਮ ਤਾਂ ਅਸੀਂ ਕਿਸੇ ਨੂੰ ਦੱਸੀ ਨਹੀਂ ਉਹ। ਅੱਛਾ ਜੀ। ਅਸੀਂ ਆਪਣੇ ਆ ਦੇਖ ਲੈਣੀ, ਬਸ ਰਹਿਣਾ ਸੀ ਦੋਨੇ ਜਣੇ ਦੇ। ਹਾਂ। ਉਹਦੇ ਬਾਅਦ ਕਿਸੇ ਨੇ ਕਿਹਾ ਵੀ ਨਹੀਂ, ਵੀ ਤੁਸੀਂ ਦੱਸ ਦਿਓ ਜ਼ਰੂਰ ਕਿਸੇ ਨੂੰ, ਲੇਕਿਨ ਦਿਓ ਨਾ ਕਿਸੇ ਨੂੰ ਜ਼ਰੂਰ। ਅੱਛਾ ਜੀ। ਸ਼ੇਅਰ ਨਾ ਕਰਿਓ ਕਿਸੇ ਨੂੰ। ਠੀਕ ਹੈ। ਆਪਣੇ ਡੱਬਿਆਂ ਤੇ ਕਿਸੇ ਤੇ ਛਪਾ ਲੇਗਾ ਕੋਈ ਚੀਜ਼, ਹੈ ਨਾ ਜੀ। ਠੀਕ ਹੈ ਠੀਕ ਹੈ ਠੀਕ ਹੈ। ਵੀ ਉਹ ਬੇਕਦਰੀ ਹੋਏਗੀ ਕਿਸੇ ਦੀ ਫੋਟੋ ਵੀ ਜਾਏਗੀ। ਠੀਕ ਹੈ ਜੀ। ਠੀਕ ਹੈ। ਉਹਦੇ ਬਾਅਦ ਫੋਟੋ ਅਸੀਂ ਫਿਰ ਕਢਾ ਕੇ ਵੀ ਰੱਖੀ ਹੈ, ਬਣਾ ਕੇ ਵੀ ਰੱਖੀ ਹੈ ਇੱਕ ਫੋਟੋ। ਠੀਕ ਹੈ। ਤੁਸੀਂ ਮਤਲਬ ਕਿ ਉਦਾਂ ਨਿਊਜ਼ ਵਗੈਰਾ 'ਚ ਨਹੀਂ ਦਿਖਾਉਂਦੇ ਤੁਸੀਂ? ਨਹੀਂ, ਨਿਊਜ਼ 'ਚ ਨਹੀਂ ਆਪਾਂ। ਕੋਈ ਗੱਲ ਨਹੀਂ। ਵੈਸੇ ਤੁਹਾਨੂੰ ਆਪਾਂ ਦਰਸ਼ਨ ਜ਼ਰੂਰ ਕਰ ਦਾਂਗੇ। ਮੈਂ ਚਲੋ ਆਪਾਂ ਦਰਸ਼ਨ ਕਰ ਲਿਆਂਗੇ। ਤੇ ਤੁਹਾਡਾ ਧੰਨਵਾਦ ਹੈ। ਮੈਂ ਸਮਝ ਸਕਦਾ ਇਸ ਚੀਜ਼ ਨੂੰ। ਕਈ ਵਾਰੀ ਜਿਹੜਾ ਹੈਗਾ ਮਿਸਯੂਜ਼ ਵੀ ਹੋਣ ਲੱਗ ਜਾਂਦਾ ਚੀਜ਼ਾਂ ਦਾ। ਉਹ ਸਤਿਕਾਰਤ ਚੀਜ਼ ਹੈ ਤੇ ਤੁਹਾਡੀ ਆਪਣੀ ਪਰਸਨਲ ਹੈ ਵੀ, ਹੈ ਨਾ, ਇਦਾਂ ਕਹਿ ਲਓ ਕਿ ਗੁਰੂ ਮਹਾਰਾਜ ਜੀ ਨੇ ਪੂਰੀ ਫੋਟੋ ਬਣੀ ਹੈ ਜੀ, ਕੋਈ ਕਹਿ ਨਹੀਂ ਸਕਦਾ ਜੀ ਬੰਦਾ ਵੀ। ਠੀਕ ਹੈ। ਹਾਂਜੀ, ਤੁਸੀਂ ਫੋਟੋ ਨਾ ਦੇਖੋਗੇ। ਕੋਈ ਬਾਰਿਸ਼ ਸੀਗੀ ਨਾ ਕੁਝ ਸੀਗਾ, ਬਿਲਕੁਲ ਸਾਫ਼ ਬਾਦਲ ਉਹ ਬਸ ਸਿਰਫ 2 ਮਿੰਟ ਵਾਸਤੇ ਬਣੀ ਆ। ਉਹਦੇ ਬਾਅਦ ਫੋਟੋ ਖਿੱਚਣ ਤੋਂ ਬਾਅਦ ਪਹਿਲੇ ਤਾਂ ਪੂਰੀ ਬਣੀ ਸੀਗੀ। ਜਦ ਫੋਟੋ ਖਿੱਚੀ ਸਿਰਫ ਫੇਸ ਇੰਨਾ ਸੀਗਾ। ਅੱਛਾ ਜੀ। ਉਹ ਆ ਗਿਆ ਵਿੱਚ। ਉਹਦੇ ਬਾਅਦ ਬਿਲਕੁਲ ਸਾਫ਼, ਬਹੁਤ ਦੁਨੀਆ ਬੈਠੀ ਸਾਹਿਬ ਦੇ ਸੀ ਉੱਪਰ, ਬਿਲਕੁਲ ਹੀ ਉੱਪਰ ਦਰਬਾਰ ਸਾਹਿਬ ਦੇ ਉੱਪਰ, ਬਿਲਕੁਲ। ਅੱਛਾ ਜੀ। ਹਾਂਜੀ। ਮੈਂ ਵੈਸੇ ਹੀ ਸੋਚ ਰਹੀ ਸੀਗੀ ਵੀ ਸਾਰਿਆਂ ਨੂੰ ਸਭ ਕੁਝ ਦਿਖਾਈ ਦਿੰਦਾ ਹੈ, ਪਰ ਸਾਰੇ ਕਹਿੰਦੇ ਆ ਕਿ ਸਾਨੂੰ ਭੋਲੇ ਦਿਖਾਈ ਦਿੰਦਾ ਹੈ, ਮਾਤਾ ਦਿਖਾਈ ਦਿੰਦੀ ਹੈ, ਕੋਈ ਦਿਖਾਈ ਦਿੰਦਾ ਹੈ। ਤੇ ਮੈਂ ਆਪਣੇ ਮਨ 'ਚ ਸੋਚਿਆ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਵੀ ਕੁਝ ਦਿਖ ਜਾਵੇ। ਜਿੱਦਾਂ ਮੈਂ ਹਰਮੰਦਰ ਸਾਹਿਬ ਦੇ ਉੱਪਰ ਦੇਖਿਆ, ਸਾਕਸ਼ਾਤ ਆਪਣੇ ਆਪ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਹੀ ਆ ਗਏ ਸੀਗੇ। ਕਹਿੰਦੇ ਸ਼ਿਵਦੱਤ ਪੰਡਤ ਸੀਗਾ ਨਾ ਜੀ, ਉਹ ਅਰਦਾਸ ਕਰਿਆ ਕਰਦਾ ਸੀਗਾ ਕਿ ਮੈਨੂੰ ਰਾਮ ਦੇ ਰੂਪ 'ਚ ਦਰਸ਼ਨ ਹੋਣ, ਹੈ ਨਾ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਦੋਂ ਬਾਲ ਅਵਸਥਾ ਦੇ ਵਿੱਚ ਸੀ, ਕਹਿੰਦੇ ਦਰਸ਼ਨ ਦਿੱਤੇ ਸੀ ਉਹਨਾਂ ਨੂੰ ਵੀ ਨਾ। ਸੋ ਉਹੀ ਗੱਲ ਹੈ ਵੀ ਜਿੱਦਾਂ ਭੈਣ ਜੀ ਦੀ ਮਨੋ ਉਹ ਸੀਗੀ, ਇੱਕ ਮਨਸ਼ਾ ਸੀਗੀ, ਹੈ ਨਾ। ਜਿੱਦਾਂ ਦਾ ਕੋਈ ਲੈ ਕੇ ਆਂਦਾ, ਭਾਂਡਾ ਲੈ ਕੇ ਆਂਦਾ, ਫਿਰ ਉਹ ਗੁਰੂ ਮਹਾਰਾਜ ਉਦਾਂ ਦਾ ਪੂਰਾ ਕਰਦੇ ਜ਼ਰੂਰ ਆ। ਸਾਨੂੰ ਤਾਂ ਕਾਫੀ ਟਾਈਮ ਤੱਕ ਯਕੀਨ ਨਹੀਂ ਹੋਇਆ ਵੀ ਅਸੀਂ ਤਾਂ ਇੰਨੇ ਕੋਈ ਹੈ ਨਹੀਂ, ਕੋਈ ਬਾਣੀ ਪੜਨ ਵਾਲੇ ਵੀ ਹੈ ਨਹੀਂ, ਕੋਈ ਨਾ ਸਾਨੂੰ ਕੁਛ ਨਾ ਗਿਆਨ ਹੈ। ਕੋਈ ਗਿਆਨ ਨਹੀਂ ਹੈ, ਕੋਈ ਵੀ ਗਿਆਨ ਨਹੀਂ, ਸਿਰਫ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਅਸੀਂ, ਬਸ ਹੋਰ ਕੁਝ ਨਹੀਂ ਕਰ ਸਕਦੀ ਮੈਂ। ਉਹ ਕਹਿੰਦੇ ਨਹੀਂ ਹੈਗੇ ਜੀ ਇੱਕ ਰੱਬ ਮਿਲ ਗਿਆ ਹੈ। ਹਾਂ। ਹਾਂਜੀ। ਉਹ ਕਹਿੰਦੇ ਨਹੀਂ ਹੈਗੇ ਜੀ, ਇੱਕ ਵਿਚਾਰੀ ਸਿੱਧੀ ਜੀ ਸੀਗੀ ਵਿਚਾਰੀ ਮਾਈ,
ਤੇ ਪੰਡਤ ਅੰਦਰ ਕਹੀ ਜਾਂਦਾ ਸੀਗਾ ਕਿ ਰਾਮ ਰਾਮ ਜਪੋ ਤੇ ਭਵ ਸਾਗਰ ਤਰ ਜਾਂਦੇ ਹੋ ਹਨਾ। ਉਹਨੇ ਸੁਣ ਲਿਆ ਤੇ ਉਹ ਕਹਿੰਦੀ ਕਿ ਅੱਛਾ ਭਵ ਸਾਗਰ ਤਰਿਆ ਜਾਂਦਾ ਹੈ। ਕਹਿੰਦੀ ਰਾਮ ਰਾਮ ਬੋਲਣ ਨਾਲ ਉਹ ਸ਼ਰਧਾਵਾਨ ਸੀਗੀ, ਉਹ ਰਾਮ ਰਾਮ ਬੋਲੀ, ਅੱਗੇ ਨਦੀ ਸੀਗੀ, ਨਦੀ ਪਾਰ ਹੋ ਗਈ। ਤੇ ਅਗਲੇ ਦਿਨ ਪੰਡਤ ਜੀ ਨੂੰ ਕਹਿੰਦੀ ਵੀ ਪੰਡਤ ਜੀ ਵੀ ਤੁਹਾਡੇ ਅੰਦਰ ਤਾਂ ਬੜੀ ਕਰਾਮਾਤ ਤੇ ਤੁਸੀਂ ਮੈਨੂੰ ਸਿੱਧੇ ਰਾਹ ਪਾਤਾ, ਵਿੱਚ ਤਾਂ ਬੜਾ ਕਮਾਲ ਦੀ ਗੱਲ ਹੈ। ਤੇ ਕਹਿੰਦੇ ਪੰਡਤ ਜੀ ਤੁਹਾਨੂੰ ਨਾ ਘਰ ਭੋਜਨ ਛਕਾਣਾ ਹੈ ਤੁਹਾਨੂੰ ਹਨਾ। ਤੇ ਕਹਿੰਦੀ ਮੇਰੇ ਨਾਲ ਚਲੋ। ਤੇ ਪੰਡਤ ਜੀ ਜਦੋਂ ਜਾਣ ਲੱਗੇ ਨਾਲ, ਅੱਗੇ ਨਦੀ ਸੀਗੀ ਤੇ ਪੰਡਤ ਜੀ ਨਦੀ ਪਾਰ ਘਰ ਸੀਗਾ ਤੇ ਪੰਡਤ ਜੀ ਨੂੰ ਕਹਿੰਦੀ ਆ ਜਾਓ ਸਿੱਧੇ ਹੀ। ਪੰਡਤ ਜੀ ਕਹਿੰਦੇ ਝੱਲੀ ਹੋ ਗਈ ਤੂੰ, ਵੀ ਨਾ ਤਾਂ ਕਰ ਲੈ, ਵੀ ਬੇੜੀ ਤਾਂ ਕਰ ਲੈ ਜਿੱਥੇ ਬੈਠਣਾ ਅਸੀਂ ਹਨਾ। ਉਹ ਕਹਿੰਦੇ ਨਹੀਂ ਪੰਡਤ ਜੀ ਤੁਸੀਂ ਤਾਂ ਸਿਖਾਇਆ ਮੈਨੂੰ ਹਨਾ, ਰਾਮ ਰਾਮ ਕਰਕੇ ਇਹ ਤਾਂ ਨਦੀ ਹੈ, ਇਹ ਤਾਂ ਭਵ ਸਾਗਰ ਤਰ ਜਾਂਦਾ, ਮੈਂ ਤਾਂ ਇਦਾਂ ਹੀ ਤਰ ਜਾਂਦੀ ਆ ਕਹਿੰਦੇ। ਤੇ ਪੰਡਤ ਵੀ ਹੈਰਾਨ ਹੋਇਆ ਸੀ। ਉਹੀ ਗੱਲ ਹੈ ਜੀ, ਪੰਡਤ ਨੂੰ ਦੇਖੋ ਆਂਦਾ ਬਹੁਤ ਕੁਝ ਸੀਗਾ, ਉਹਨੂੰ ਮੰਤਰ ਆਉਂਦੇ ਸੀ, ਉਹਨੂੰ ਵੇਦ ਪੁਰਾਣ ਆਉਂਦੇ ਹੋਣੇ ਆ, ਚੇਤੇ ਹੋਣੇ, ਉਹਨੂੰ ਕੰਠ ਹੋਣੇ, ਲੇਕਿਨ ਜਿਹੜਾ ਭਾਂਡਾ ਸ਼ਰਧਾ ਦਾ ਉਹ ਕਿਸੇ ਕੋਲੇ ਹੁੰਦਾ। ਤੇ ਮੈਨੂੰ ਥੋੜਾ ਜਿਹਾ ਭੈਣ ਜੀ ਇਹ ਵੀ ਦੱਸੋ, ਅੱਜ ਕੱਲ ਨਾ ਸਾਡੀਆਂ ਬੱਚੀਆਂ ਨੇ ਜਿਹੜੀਆਂ ਸਰਦਾਰ ਘਰਾਂ ਦੀਆਂ, ਮਾਪੇ ਹੁੰਦੇ ਸਰਦਾਰ ਹੁੰਦੇ, ਪਿਓ ਸਰਦਾਰ ਹੁੰਦਾ, ਤੇ ਉਹ ਕਹਿ ਦਿੰਦੀਆਂ ਵੀ ਸਾਨੂੰ ਸਰਦਾਰ ਮੁੰਡਾ ਨਹੀਂ ਚਾਹੀਦਾ ਹਨਾ, ਹੁੰਦਾ ਇਦਾਂ ਸਾਡੇ ਹਨਾ। ਤੇ ਤੁਸੀਂ ਮਤਲਬ ਕਿ ਇਹ ਰੇਅਰ ਹੀ ਕੇਸ ਹੁੰਦਾ ਇਦਾਂ ਦਾ, ਤਾਂ ਤੁਹਾਨੂੰ ਕੀ ਵੀਰ ਜੀ ਚੰਗੀ ਚੀਜ਼ ਲੱਗੀ ਉਸ ਟਾਈਮ ਕੇਸ ਤਾਂ ਰੱਖੇ ਹੋਏ ਸੀ ਸਿਰ ਦੇ ਹਨਾ। ਹਾਂਜੀ ਸਰਦਾਰ ਸੀਗੇ, ਫਿਰ ਵੀ ਮੈਨੂੰ ਸ਼ੁਰੂ ਤੋਂ ਹੀ ਸਰਦਾਰ ਫੈਮਿਲੀ ਪਸੰਦ ਸੀਗੀ, ਵੀ ਜੋ ਖਾਂਦਾ ਪੀਂਦਾ ਨਾ ਹੋ ਕੁਝ ਵੀ ਏਦਾਂ ਉਦਾਂ ਦੀ ਚੀਜ਼ਾਂ, ਔਰ ਵੀ ਵਾਹਿਗੁਰੂ ਨੂੰ ਮੰਨਣੇ ਵਾਲਾ ਹੋਵੇ, ਵੀ ਮੇਰੀ ਸ਼ੁਰੂ ਤੋਂ ਲੱਗੀ ਇਹਨੂੰ ਵੀ ਵਾਹਿਗੁਰੂ ਜੀ ਨਾਲ ਹੀ ਹੈਗੀ ਹੈ। ਅੱਛਾ ਹਿਮਾਚਲ 'ਚ ਮੈਂ ਉਦਾਂ ਰਿਹਾ, ਵੈਸੇ ਤਾਂ ਬੰਦੇ ਬਹੁਤ ਚੰਗੇ ਹੁੰਦੇ ਆ, ਪਰ ਲੇਕਿਨ ਉਹਨਾਂ ਦਾ ਨਾ ਇੱਕ ਕਲਚਰ ਜਿਹਾ ਚੱਲਿਆ ਆ ਰਿਹਾ ਉੱਥੇ, ਜਿੱਦਾਂ ਸਿਗਰਟ ਵਗੈਰਾ ਪੀ ਲੈਂਦੇ ਆ ਹਨਾ। ਹਾਂਜੀ ਮੇਰੇ ਫਾਦਰ ਸਾਹਿਬ ਪੀਂਦੇ ਆ, ਬੀੜੀ ਪੀਂਦੇ ਆ, ਹੋਰ ਉਲਟੀ ਸਿੱਧੀ ਚੀਜ਼ਾਂ ਵੀ ਖਾਂਦੇ ਆ, ਪਰ ਵੀ ਮੇਰਾ ਸ਼ੁਰੂ ਤੇ ਵੀ ਉਹਨਾਂ ਨੂੰ ਦੇਖਦੀ ਸੀਗੀ ਵੀ ਇਹ ਏਦਾਂ ਦੇ ਆ, ਅੱਗੇ ਮੈਨੂੰ ਕੋਈ ਮਿਲੂਗਾ ਤਾਂ ਸ਼ਾਇਦ ਉਹ ਵੀ ਏਦਾਂ ਦਾ ਹੀ ਹੋਊਗਾ, ਪਰ ਮੇਰੇ ਸ਼ੁਰੂ ਤੇ ਇਹੀ ਸੀਗਾ ਕਿ ਵੀ ਮੈਂ ਸਰਦਾਰ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ। ਕੀ ਬਾਤ ਹੈ। ਹਾਂਜੀ ਤੇ ਤੁਹਾਡੀ ਫੈਮਿਲੀ ਬਹੁਤ ਸੋਹਣੀ ਲੱਗਦੀ ਹੈ, ਬੱਚੀ ਬੜੀ ਪਿਆਰੀ ਹੈ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਜਦੋਂ ਭੈਣ ਜੀ ਤੁਹਾਡੇ ਰਿਸ਼ਤੇਦਾਰ ਆਉਂਦੇ ਆ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਜਾਂਦੇ ਹੋ, ਤੇ ਸਾਡੇ ਵੀਰ ਜੀ ਵੀ ਜਾਂਦੇ ਹੋਣੇ ਆ, ਫਿਰ ਉਹ ਗੱਲਾਂ ਬਾਤਾਂ ਕਰਦੇ ਵੀ ਕਿੱਥੇ ਵਿਆਹ ਹੋਇਆ ਇਦਾਂ? ਹਾਂਜੀ ਸਾਰੇ ਕਰਦੇ ਆ, ਇਹਨਾਂ ਨੂੰ ਸਾਰੇ ਬਹੁਤ ਪਸੰਦ ਕਰਦੇ ਆ। ਹਾਂਜੀ ਬੱਚੀ ਦਿਖਾਏ, ਕੋਈ ਗੱਲ ਨਹੀਂ, ਮੈਂ ਇਸ 'ਚ ਨਹੀਂ ਰਹਿੰਦਾ, ਨਿਊਜ਼ 'ਚ ਨਹੀਂ ਰਹਿੰਦਾ, ਵੀਰ ਜੀ ਨੇ ਮਨਾ ਕੀਤਾ, ਬੱਚੀ ਦਿਖਾਣ ਲੱਗੀ, ਮੈਂ ਫੇਰ ਕਰਦਾ ਦਰਸ਼ਨ, ਠੀਕ ਹੈ ਬੇਟਾ, ਅਸੀਂ ਨਿਊਜ਼ ਕਰ ਲਈ ਅਸੀਂ ਪਹਿਲਾਂ, ਫਿਰ ਕਰਦੇ ਹਾਂ ਦਰਸ਼ਨ। ਸੋ ਅੱਛਾ ਹੋਰ ਕੋਈ ਗੱਲਬਾਤ ਦੱਸੋ ਜੀ, ਤੁਹਾਡੀ ਫੈਮਿਲੀ ਨੂੰ ਦੇਖ ਕੇ ਤਾਂ ਪੂਰੇ ਲੋਕੀ ਇੰਸਪਾਇਰ ਹੁੰਦੇ ਹੋਣੇ, ਪੜੋਸੀ ਵੀ ਕਹਿੰਦੇ ਹੋਣੇ ਹੈ? ਹਾਂ ਸਾਰੇ ਹੁੰਦੇ ਜੀ। ਇਹ ਬੜਾ ਪਿਆਰਾ ਸੁਮੇਲ ਆ ਤੁਹਾਡਾ। ਹਾਂ ਬਿਲਕੁਲ ਜੀ, ਪਰਮਾਤਮਾ ਹੀ ਮੰਨਦਾ, ਪੂਰੇ ਬਣ ਕੇ ਆਉਂਦੀ ਹੈ ਜੋੜੀ ਤਾਂ ਜੀ। ਬਾਕੀ ਦੇ ਸਾਡੇ ਬੰਦੇ ਖੂਨ ਤਾਂ ਇੱਕੋ ਹੀ ਹੈ ਜੀ ਸਾਰਾ ਜੀ, ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਕੋਈ ਵੀ ਜੀ। ਹਾਂਜੀ ਤੇ ਅਸੀਂ ਜਦੋਂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਕਰਦੇ ਆ ਨਾ ਜੀ, ਕੋਈ ਮਰਾਠੀ ਬੰਦਾ ਆਊਗਾ ਨਾ, ਉਹ 'ਚ ਭਗਤ ਨਾਮਦੇਵ ਜੀ ਦੀ ਮਰਾਠੀ ਲਿਖੀ ਹੋਈ ਹੈ ਦੇਖੋ ਹਨਾ ਜੀ। ਭਗਤ ਜੈਦੇਵ ਜੀ ਉਹ ਸੰਸਕ੍ਰਿਤ ਬੋਲਦੇ ਸੀ, ਸੰਸਕ੍ਰਿਤ ਉਦਾਂ ਹੀ ਲਿਖੀ ਹੋਈ ਆ, ਕੋਈ ਇਹ ਨਹੀਂ ਵੀ ਉਹਨੂੰ ਚੇਂਜ ਕਰਤਾ, ਪੰਜਾਬੀ ਸਿਰਫ ਲਿਪੀ ਗੁਰਮੁਖੀ ਯੂਜ਼ ਕੀਤੀ ਆ, ਲੇਕਿਨ ਜਿਹੜੇ ਬੋਲ ਆ ਬਿਲਕੁਲ ਤੁਸੀਂ ਪੜੋਗੇ ਨਾ, ਜੇ ਕੋਈ ਰਾਜਸਥਾਨ ਤੋਂ ਬੰਦਾ ਆ ਜਾਊਗਾ ਨਾ, ਭਗਤ ਧੰਨਾ ਜੀ ਰਾਜਸਥਾਨ ਦੇ ਸੀਗੇ, ਪੂਰੀ ਮਾਰਵਾੜੀ ਲਿਖੀ ਹੋਈ ਆ ਹਨਾ। ਇੰਨੀ ਪਿਆਰੀ ਲੱਗਦੀ ਹੈ ਨਾ ਬੋਲੀ, ਜਦੋਂ ਪੜ੍ਹਦੇ ਵੀ ਹੈਗੇ ਆ, ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਹਨਾ, ਇਹ ਸਾਰੀ ਮਾਰਵਾੜੀ ਬੋਲੀ ਆ ਹਨਾ, ਉਹੀ ਲਿਖੀ ਹੋਈ ਹੈ ਦੇਖੋ, ਪੰਜਾਬੀ ਨਹੀਂ ਹੈਗੀ। ਔਰ ਜਿੱਦਾਂ ਅਸੀਂ ਕਹਿੰਦੇ ਕਿ ਜੋ ਪ੍ਰਭ ਕੋ ਮਿਲ ਬੋਚ ਹੈ ਹਨਾ, ਇਹ ਸਾਰੀ ਉਧਰ ਦੀ ਕਹਿ ਲਓ ਕਿ ਯੂਪੀ ਦੀ ਬੋਲੀ ਹੈ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ, ਇਹ ਪੰਜਾਬੀ ਤਾਂ ਨਹੀਂ ਹੈਗੀ ਹਨਾ। ਸੋ ਇਹ ਸੁਮੇਲ ਆ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਕਿ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਕਹੇ ਨਾਨਕ ਸੁਨ ਪਰਤਰ ਜੋਗੀ ਪਾਰ ਬ੍ਰਹਮ ਲਿਵੇਕਨ। ਅਰਦਾਸ ਕਰਦੇ ਹਾਂ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਬੱਚੀ ਬੜੀ ਪਿਆਰੀ ਹੈ ਤੇ ਸ਼ਰਾਰਤੀ ਬਹੁਤ ਹੈ। ਇੱਥੇ ਆ ਚਲੋ ਹੁਣ ਆਪਾਂ ਫਤਿਹ ਬੁਲਾਈਏ। ਨੰਬਰ 1 ਹੈ। ਕੋਈ ਕੰਪਲੇਂਟ ਵੀ ਆਉਂਦੀ ਹੈ ਸਕੂਲ ਤੋਂ? ਹਾਂਜੀ ਬੱਚੇ ਬੰਦ ਕਰੇ ਆਂਦੀ ਹੈ ਬਾਥਰੂਮ ਵਿੱਚ। ਅੱਛਾ ਉਹਨਾਂ ਨੂੰ ਵਾਸ਼ਰੂਮ ਨਹੀਂ ਕਰਨ ਦਿੰਦੇ, ਉਹਨਾਂ ਨੂੰ ਕਹਿੰਦੀ ਸਿਰਫ ਮੇਰਾ ਵਾਸ਼ਰੂਮ ਹੈ, ਹੋਰ ਕੋਈ ਨਹੀਂ ਵਾਸ਼ਰੂਮ ਕਰੂੰਗਾ, ਮੈਂ ਹੀ ਕਰੂੰਗੀ ਸਿਰਫ। ਅੱਛਾ ਜੀ, ਬੱਚੇ ਨੂੰ ਬੰਦ ਕਰ ਦਿੰਦੇ ਹੋ ਤੁਸੀਂ? ਕਹਿੰਦੀ ਮੁਸਲਮਾਨਾਂ ਨੂੰ ਮਾਰ ਦੇਣਾ, ਮੈਂ ਮੇਰੇ ਬਾਬਾ ਜੀ ਨੂੰ ਕਹਿੰਦੀ ਨੀਹਾਂ ਵੇਚਣਾ ਦਿੱਤਾ ਜੀ ਬਾਬਾ ਜੀ। ਨਹੀਂ ਐਕਚੁਅਲੀ ਉਹਨਾਂ ਨੇ ਉਹ ਤਾਂ ਸਿਰਫ ਹੁਣ ਦੇਖੋ ਭਾਈ ਗਨੀ ਖਾਨ, ਨਵੀ ਖਾਨ, ਉਹ ਵੀ ਮੁਸਲਮਾਨ ਸੀਗੇ। ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਆਪਣੇ ਬੱਚੇ ਸ਼ਹੀਦ ਕਰਵਾਤੇ ਹਨਾ, ਉਹ ਵੀ ਮੁਸਲਮਾਨ ਸੀਗੇ। ਸੋ ਸਾਰੇ ਧਰਮਾਂ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ, ਬਲਕਿ ਮੈਂ ਇਹ ਕਹਾਂ ਕਿ ਜਿਹੜਾ ਚੰਗੇ ਮਾੜੇ ਹੁੰਦੇ ਆ ਨਾ, ਮਾੜੇ ਬੰਦੇ ਧਰਮੀ ਹੁੰਦੇ ਹੀ ਨਹੀਂ ਹਨਾ। ਜਿਹੜਾ ਧਰਮੀ ਬੰਦਾ ਉਹ ਚੰਗਾ ਹੀ ਹੁੰਦਾ, ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ, ਕੋਈ ਵੀ ਹੈ ਹਨਾ। ਸਾਰੇ ਹੁਣ ਮਾੜਾ ਕਹੇਗਾ ਉਹ ਕਦੇ ਵੀ ਨਹੀਂ ਆਪਣੇ ਧਰਮ। ਹਾਂਜੀ ਹੁਣ ਦੇਖੋ ਅਸੀਂ ਇਸ ਵਕਤ ਮੰਦਿਰ ਦੇ ਵਿੱਚ ਮੌਜੂਦ ਹਾਂ
ਚੰਡੀਗੜ੍ਹ ਜਿੱਥੇ ਮੋਰਚਾ ਲੱਗਿਆ ਹੋਇਆ ਮੰਦਿਰ ਹੈ, ਔਰ ਮੰਦਿਰ ਵਾਲਿਆਂ ਨੇ ਕਿੰਨੀ ਵਧੀਆ ਸਹੂਲਤ ਦਿੱਤੀ ਹੋਈ ਹੈ। ਇੱਥੇ ਲੇਡੀਜ਼ ਦਾ ਸੈਪਰੇਟ ਵਾਸ਼ਰੂਮ ਹੈ, ਪੁਰਸ਼ਾਂ ਦੇ ਲਈ ਬੰਦਿਆਂ ਦੇ ਲਈ ਅਲੱਗ ਵਾਸ਼ਰੂਮ ਬਣਾਇਆ ਹੋਇਆ। ਇੱਥੇ ਵੀ ਜੀ ਬੜੇ ਬੜੇ ਕੰਮ ਹੋ ਜਾਂਦੇ ਜਿਨ੍ਹਾਂ ਦੇ ਜਿੱਥੇ ਕਿਤੇ ਵੀ ਕੰਮ ਨਾ ਬਣਦਾ ਉਰੇ ਬਣ ਜਾਂਦਾ। ਹਾਂ ਇੱਥੇ ਭਗਵਾਨ ਦੀ ਇਤਨੀ ਕਿਰਪਾ ਹੈ ਬਹੁਤ ਜ਼ਿਆਦਾ। ਹਾਂ ਪਿੱਛੇ ਇੱਕ ਹਫਤਾ ਹੀ ਆ ਕੇ ਕੋਈ ਚਲਾ ਜਾਏ ਵੀ ਮੇਰਾ ਕੋਈ ਕੰਮ ਨਹੀਂ ਬਣਦਾ, ਕੁਝ ਵੀ ਬੜੇ ਤੋਂ ਬੜਾ ਕੰਮ ਵੀ ਇੱਥੇ ਆਰਾਮ ਨਾਲ ਬਣ ਜਾਂਦਾ। ਠੀਕ ਹੈ ਜੀ। ਬੜੀ ਬੜੀ ਦੂਰ ਤੋਂ ਦੁਨੀਆ ਆਉਂਦੀ ਹੈ। ਹੁਣ ਵੀ ਦੇਖੋ ਲੁਧਿਆਣੇ ਤੋਂ ਲੋਕ ਆਏ ਹੋਏ ਆ। ਠੀਕ ਹੈ, ਮੈਂ ਇਹਨਾਂ ਨੂੰ ਕੋਈ ਵਾਰ ਵਿਦਾ ਕਰਦਾ, ਇਹਨਾਂ ਨੇ ਜਾਣਾ ਨਾ, ਫਿਰ ਅਸੀਂ ਗੱਲਬਾਤ ਕਰਦੇ ਹਾਂ, ਫਿਰ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ ਅਲੱਗ ਤੋਂ। ਮੈਂ ਇਹਨਾਂ ਨੂੰ ਵਿਦਾ ਕਰਦਾ, ਇੱਕ ਵਾਰੀ ਇਹਨਾਂ ਨੇ ਜਾਣਾ, ਬੱਚੀ ਨੇ ਖਾਦਾ ਵੀ ਨਹੀਂ ਹੋਣਾ ਕੁਝ, ਤੇ ਵੈਸੇ ਤਾਂ ਇਹਦੀ એનર્ਜੀ ਫੁੱਲ ਲੱਗਦੀ ਆ। ਹਾਂਜੀ ਹਾਂਜੀ ਕੀ ਖਾਂਦੇ ਕੀ ਆ ਤੁਸੀਂ? ਬਤਾਓ। ਕਿਹੜੀ ਚੱਕੀ ਦਾ ਆਟਾ ਖਾਂਦੀਆਂ ਹੈ? ਜੋ ਮਿਲੇ ਜੇ ਖਾ ਲੈਂਦੀ ਹੈ ਜੀ। ਅੱਛਾ ਜੀ, ਅੱਛਾ ਗੁੱਡੀ ਹੈ, ਬੱਚੀ ਹੈ। ਕੀ ਖਾਂਦੇ ਹੋ? ਬਹੁਤ ਵਧੀਆ। ਦੁੱਧ ਚ ਕੁਝ ਬੋਰਨਵੀਟਾ ਮਿਲਦਾ, ਪ੍ਰੋਟੀਨ ਐਕਸ? 4 ਕਿਲੋ ਦੁੱਧ ਪੀਣ ਦਾ ਰਿਕਾਰਡ ਆ ਜੀ ਦਾ। 4 ਕਿਲੋ ਦੁੱਧ? 4 ਕਿਲੋ ਦੁੱਧ ਪੀ ਲੈਂਦੇ ਆ? ਉਹ ਵੀ 8-9 ਮਹੀਨਿਆਂ ਦੀ ਸੀਗੀ ਉਸ ਟਾਈਮ। ਮਿਲਦੇ ਹੁਣ ਤਾਂ ਬਹੁਤ ਘੱਟ ਅੱਛਾ ਜੀ, ਬਹੁਤ ਘਟ ਗਈ ਹੈ, ਬਹੁਤ ਜ਼ਿਆਦਾ। ਬੰਦੇ ਆ ਕੇ ਨਹੀਂ ਤਾਂ ਕਿਲੋ ਅੱਧਾ ਕਿਲੋ ਦੀ ਦੁੱਧ ਇੱਕ ਟਾਈਮ ਚ ਪੀ ਲੈਂਦੀ ਸੀਗੀ ਇੱਕ ਵਾਰੀ ਚ। ਅੱਛਾ ਜੀ। ਹਾਂਜੀ। ਤੇ ਅੱਗੇ ਕੀ ਬਣਨਾ ਬੇਟਾ? ਪਹਿਲਵਾਨ ਤਾਂ ਨਹੀਂ ਬਣਨਾ? ਬਤਾਓ ਕੀ ਬਣੋਗੇ? ਕੀ ਬਣਨਾ? ਕੀ ਬਣਨਾ ਬੇਟਾ? ਦੱਸੋ। ਪੁਲਿਸ ਵਾਲੀ ਡਾਕਟਰ। ਡਾਕਟਰ ਬਣਨਾ। ਡਾਕਟਰ ਬਣਨਾ ਹੈ। ਜਿਹੜਾ ਮਰੀਜ਼ਾਂ ਦਾ ਖਾਣਾ ਹੋਊਗਾ, ਖਾਣਾ ਨਾ ਖਾ ਜੀ ਕਦੇ। ਕਦੇ ਮਰੀਜ਼ਾਂ ਦਾ ਖਾਣਾ ਆਇਆ ਤੇ ਪਤਾ ਲੱਗੇ ਵੀ ਡਾਕਟਰ ਨੇ ਹੀ ਚੱਟ ਕਰ ਗਿਆ। ਮੈਂ ਕਿਹਾ ਉਹ ਖਾਣਾ ਪਿਆ ਸੀ ਮੇਰੇ ਕੋਲ, ਹਾਂ ਪਤਾ ਨਹੀਂ ਬਾਈ ਹੈ। ਸਿਗਨਲ। ਵੀ ਪਰਮਾਤਮਾ ਬਹੁਤ ਪਿਆਰੀ ਬੱਚੀ ਹੈ, ਪਰਮਾਤਮਾ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਆ, ਔਰ ਤੁਹਾਡੀ ਫੈਮਿਲੀ ਵੀ ਬੜੀ ਪਿਆਰੀ ਹੈ ਨਾ। ਤੁਹਾਡੇ ਮਾਪਿਆਂ ਨੂੰ ਮੈਂ ਕਹੂੰਗਾ ਸਿਜਦਾ ਕਰਨਾ ਬਣਦਾ, ਔਰ ਤੁਹਾਡੇ ਮਾਪਿਆਂ ਨੂੰ ਖਾਸ ਤੌਰ ਦੇ ਉੱਤੇ, ਹੈ ਨਾ, ਕਿਉਂਕਿ ਅੱਜ ਕੱਲ੍ਹ ਤਾਂ ਬੱਚੀਆਂ ਸਰਦਾਰਾਂ ਦੇ ਘਰ ਜੰਮੀਆਂ ਹੋਈਆਂ ਬੱਚੀਆਂ ਕਹਿ ਦਿੰਦੇ ਸਾਨੂੰ ਸਰਦਾਰ ਮੁੰਡਾ ਨਹੀਂ ਚਾਹੀਦਾ। ਸੋ ਇਸੇ ਅਰਦਾਸ ਦੇ ਨਾਲ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੁਲਾ ਦਿਓ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਠੀਕ ਹੈ ਜੀ, ਧੰਨਵਾਦ। ਗੋਦੀ ਚੜਨ ਨੂੰ ਕਹਿੰਦੀ ਸੀ। ਇਹਨੂੰ ਤਾਂ ਮੈਂ ਕਿਹਾ ਚੱਕ ਕੇ ਤਾਂ ਤੁਰਨਾ ਵੀ ਔਖਾ ਹੈ। ਹਾਂ ਹਾਂ। ਅਸੀਂ ਪਿਛਲੀ ਵਾਰੀ ਆਏ ਸੀਗੇ, ਬਾਬਾ ਜੀ ਨੂੰ ਚੱਕ ਰਹੇ ਸੀਗੇ, ਕਹਿੰਦੇ ਪਹਿਲਾਂ ਇਹ ਦੱਸੋ ਕਿਹੜੀ ਚੱਕੀ ਦਾ ਆਟਾ ਖਾਂਦੇ ਹੋ। ਚੱਕ ਨਹੀਂ ਹੁੰਦੀ ਹੈ, ਕਹਿੰਦੇ ਬੱਲੇ 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 ਬੱਲੇ। ਹੋਲੇ